ओम शांति। ਅੱਜ ਹੈ 24/3/2022 ਦੀ ਸਾਕਾਰ ਬਾਪ ਦਾਦਾ ਜੀ ਦੀ ਮੁਰਲੀ। ਅੱਜ ਬਾਪ ਦਾਦਾ ਜੀ ਨੇ ਆਖਿਆ, ਮਿੱਠੇ ਬੱਚੇ, ਏਕਾਂਤ ਵਿੱਚ ਬਹਿ ਕੇ ਪੜ੍ਹਾਈ ਕਰੋ ਤਾਂ ਧਾਰਨਾ ਚੰਗੀ ਹੋਵੇਗੀ। ਸਵੇਰੇ ਸਵੇਰੇ ਉੱਠ ਕੇ ਵਿਚਾਰ ਸਾਗਰ ਮੰਥਨ ਕਰਨ ਦੀ ਵੀ ਆਦਤ ਪਾਓ। ਪ੍ਰਸ਼ਨ ਹੈਗਾ, ਫੁੱਲ ਪਾਸ ਹੋਣਾ ਹੈ ਤੇ ਕਿਹੜੇ ਖਿਆਲ ਨਹੀਂ ਉਹ ਆਣੇ ਚਾਹੀਦੇ ਔਰ ਕਿਹੜੇ ਖਿਆਲ ਆਣੇ ਚਾਹੀਦੇ ਨੇ? ਉੱਤਰ ਹੈਗਾ, ਫੁੱਲ ਪਾਸ ਹੋਣ ਦੇ ਲਈ ਸਦਾ ਇਹੋ ਖਿਆਲ ਰਹੇ ਕਿ ਅਸੀਂ ਰਾਤ ਦਿਨ ਖੂਬ ਮਿਹਨਤ ਕਰਕੇ ਪੜ੍ਹਾਈ ਪੜ੍ਹਾਂਗੇ, ਆਪਣੀ ਅਵਸਥਾ ਨੂੰ ਉੱਚੀ ਬਣਾਵਾਂਗੇ। ਜਿਹੜੇ ਬਾਪ ਦਾਦਾ ਦੇ ਤਖਤ ਤੇ ਬਹਿ ਸਕਦੇ ਹਨ, ਨੀਂਦ ਤੋਂ ਜੀਤਣ ਵਾਲਾ ਬਣਨਾ ਹੈ, ਖੁਸ਼ੀ ਵਿੱਚ ਰਹਿਣਾ ਹੈ। ਬਾਕੀ ਇਹ ਖਿਆਲ ਕਦੇ ਵੀ ਨਹੀਂ ਆਉਣਾ ਚਾਹੀਦਾ ਕਿ ਡਰਾਮਾ ਵਿੱਚ ਅਥਵਾ ਨਸੀਬ ਵਿੱਚ ਹੋਵੇਗਾ ਤਾਂ ਮਿਲ ਜਾਏਗਾ। ਇਹ ਖਿਆਲ ਅਲਬੇਲਾ ਬਣਾ ਦਿੰਦੇ ਹਨ। ਗੀਤ ਹੈਗਾ, ਤੁਹਾਨੂੰ ਪਾ ਕੇ ਅਸੀਂ ਜਹਾਂ ਪਾ ਲਿੱਤਾ ਏ। ਓਮ ਸ਼ਾਂਤੀ। ਬੱਚਿਆਂ ਨੇ ਗੀਤ ਦਾ ਅਰਥ ਸਮਝਿਆ। ਬੇਹੱਦ ਦੇ ਬਾਪ ਤੋਂ ਹੁਣ ਸਾਨੂੰ ਬੇਹੱਦ ਦਾ ਵਰਸਾ ਮਿਲ ਰਿਹਾ ਹੈ। ਬੱਚੇ ਬਾਪ ਤੋਂ ਫਿਰ ਵਿਸ਼ਵ ਦੇ ਸਵਰਾਜ ਦਾ ਵਰਸਾ ਪਾ ਰਹੇ ਸਨ। ਜਿਸ ਵਿਸ਼ਵ ਦੀ ਬਾਦਸ਼ਾਹੀ ਨੂੰ ਤੁਹਾਡੇ ਤੋਂ ਕੋਈ ਵੀ ਛਿਨ ਨਹੀਂ ਸਕਦਾ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ। ਉੱਥੇ ਕੋਈ ਹੱਦਾਂ ਹੁੰਦੀਆਂ ਹੀ ਨਹੀਂ। ਇੱਕ ਬਾਪ ਹੀ ਹੈ ਜਿਹੜਾ ਤੁਹਾਨੂੰ ਇਹੋ ਜਿਹੀ ਰਾਜਧਾਨੀ ਦਾ ਮਾਲਿਕ ਬਣਾਉਂਦੇ ਹਨ, ਜਿਸ ਦੀ ਰਾਜਧਾਨੀ ਵਿੱਚ ਸਦਾ ਸੁੱਖ ਹੀ ਸੁੱਖ ਹੋਵੇਗਾ। ਜਿੱਥੇ ਇੱਕ ਹੀ ਮਹਾਰਾਜਾ ਮਹਾਰਾਣੀ ਦਾ ਰਾਜ ਚੱਲਦਾ ਹੈ। ਇੱਕ ਬਾਪ ਫਿਰ ਇੱਕ ਰਾਜਧਾਨੀ ਸਥਾਪਨ ਕਰਦੇ ਹਨ, ਜਿਸ ਵਿੱਚ ਕੋਈ ਪਾਰਟੀਸ਼ਨ ਨਹੀਂ ਹੋਵੇਗਾ। ਤੁਸੀਂ ਜਾਣਦੇ ਹੋ, ਭਾਰਤ ਵਿੱਚ ਇੱਕ ਹੀ ਮਹਾਰਾਜਾ ਮਹਾਰਾਣੀ ਲਕਸ਼ਮੀ ਨਾਰਾਇਣ ਦੀ ਰਾਜਧਾਨੀ ਸੀ। ਸਾਰੇ ਵਿਸ਼ਵ 'ਤੇ ਉਹ ਰਾਜ ਕਰਦੇ ਸੀ। ਉਸ ਨੂੰ ਅਦਵੈਤ ਰਾਜਧਾਨੀ ਆਖਿਆ ਜਾਂਦਾ ਹੈ, ਜੋ ਇੱਕ ਨੇ ਹੀ ਸਥਾਪਨ ਕੀਤੀ ਹੈ, ਤੁਸੀਂ ਬੱਚਿਆਂ ਦੁਆਰਾ। ਫਿਰ ਤੁਸੀਂ ਬੱਚੇ ਹੀ ਵਿਸ਼ਵ ਦੀ ਰਾਜਾਈ ਭੋਗੋਗੇ। ਤੁਸੀਂ ਜਾਣਦੇ ਹੋ, ਹਰ 5000 ਵਰ੍ਹਿਆਂ ਬਾਅਦ ਅਸੀਂ ਰਾਜਾਈ ਲੈਂਦੇ ਹਾਂ। ਫਿਰ ਆਧਾ ਕਲਪ ਪੂਰਾ ਹੋਣ ਤੋਂ ਬਾਅਦ ਅਸੀਂ ਫਿਰ ਰਾਜਾਈ ਗਵਾਉਂਦੇ ਹਾਂ। ਫਿਰ ਬਾਬਾ ਆ ਕੇ ਸਾਨੂੰ ਰਾਜਾਈ ਪ੍ਰਾਪਤ ਕਰਾਉਂਦੇ ਹਨ। ਇਹ ਸਾਰਾ ਹਾਰ ਅਤੇ ਜੀਤ ਦਾ ਖੇਲ ਹੈ। ਮਾਇਆ ਤੋਂ ਹਾਰੇ ਹਾਰ ਹੈ, ਮਾਇਆ ਤੋਂ ਜਿੱਤੇ ਜੀਤ ਦਾ ਖੇਲ ਹੈ। ਫਿਰ ਸ਼੍ਰੀਮਤ ਤੋਂ ਤੁਸੀਂ ਰਾਵਣ ਤੇ ਜੀਤ ਪਾਉਂਦੇ ਹੋ। ਤੁਹਾਨੂੰ ਵੀ ਕੋਈ ਬਿਲਕੁਲ ਅਨੰਨਯ, ਤੁਹਾਡੇ ਵਿੱਚ ਵੀ ਕਿਹੜੇ ਤਾਂ ਅਨੰਨਯ ਨਿਸ਼ਚੈ ਬੁੱਧੀ ਬੱਚੇ ਹਨ, ਜਿਨ੍ਹਾਂ ਨੂੰ ਸदैव ਖੁਸ਼ੀ ਰਹਿੰਦੀ ਹੈ ਕਿ ਅਸੀਂ ਤਾਂ ਵਿਸ਼ਵ ਦਾ ਮਾਲਿਕ ਬਣਦੇ ਹਾਂ। ਭਲ ਕਿੰਨੇ ਵੀ ਕ੍ਰਿਸਚਨ ਪਾਵਰਫੁਲ ਹੁੰਦੇ ਹਨ, ਪਰੰਤੂ ਵਿਸ਼ਵ ਦਾ ਮਾਲਿਕ ਨਹੀਂ ਬਣ ਸਕਦੇ। ਇਹ ਹੋ ਹੀ ਨਹੀਂ ਸਕਦਾ। ਉਹਨਾਂ ਨੂੰ ਟੁਕੜੇ ਟੁਕੜੇ ਰਾਜ ਹੀ ਮਿਲਣਾ ਹੈ। ਪਹਿਲੇ ਇੱਕ ਭਾਰਤ ਹੀ ਸਾਰੇ ਵਿਸ਼ਵ ਦਾ ਮਾਲਿਕ ਸੀ। ਦੇਵੀ ਦੇਵਤਾਵਾਂ ਦੇ ਸਿਵਾਏ ਦੂਜਾ ਔਰ ਕੋਈ ਵੀ ਧਰਮ ਨਾ ਸੀ। ਇਹ ਜੇ ਵਿਸ਼ਵ ਦਾ ਮਾਲਿਕ ਜ਼ਰੂਰ ਵਿਸ਼ਵ ਦਾ ਰਚయిਤਾ ਹੀ ਬਣਾਵੇਗਾ। ਦੇਖੋ ਬਾਬਾ ਕਿਵੇਂ ਬੈ ਸਮਝਾਉਂਦੇ ਹਨ, ਤੁਸੀਂ ਵੀ ਸਮਝ ਸਕਦੇ ਹੋ। ਭਾਰਤ ਵਾਸੀ ਵਿਸ਼ਵ ਦੇ ਮਾਲਿਕ ਸੀ ਜ਼ਰੂਰ, ਵਿਸ਼ਵ ਦੇ ਰਚయిਤਾ ਤੋਂ ਹੀ ਵਰਸਾ ਮਿਲਿਆ ਸੀ। ਫਿਰ ਜਦੋਂ ਰਜਾਈ ਗਵਾਉਂਦੇ ਹਨ, ਦੁਖੀ ਹੁੰਦੇ ਹਨ ਤੇ ਬਾਪ ਨੂੰ ਯਾਦ ਕਰਦੇ ਹਨ। ਭਗਤੀ ਮਾਰਗ ਹੈ ਹੀ ਭਗਵਾਨ ਨੂੰ ਯਾਦ ਕਰਨ ਦਾ ਮਾਰਗ। ਕਿੰਨੇ ਪ੍ਰਕਾਰ ਤੋਂ ਭਗਤੀ, ਦਾਨ, ਪੁੰਨ, ਜਪ ਤਪ ਆਦਿ ਕਰਦੇ ਰਹਿੰਦੇ ਹਨ। ਇਸ ਪੜ੍ਹਾਈ ਤੋਂ ਹੀ ਜੋ ਤੁਹਾਨੂੰ ਰਾਜਾਈ ਮਿਲਦੀ ਹੈ, ਉਹ ਪੂਰੀ ਹੋਣ ਤੋਂ ਫਿਰ ਤੁਸੀਂ ਭਗਤ ਬਣ ਜਾਂਦੇ ਹੋ। ਲਕਸ਼ਮੀ ਨਾਰਾਇਣ ਨੂੰ ਹੀ ਭਗਵਾਨ ਭਗਵਤੀ ਆਖਦੇ ਹਨ, ਕਿਉਂਕਿ ਭਗਵਾਨ ਤੋਂ ਰਾਜਾਈ ਲਿੱਤੀ ਜਾਂਦੀ ਹੈ। ਪਰੰਤੂ ਬਾਪ ਕਹਿੰਦੇ ਹਨ ਤੁਹਾਨੂੰ ਕਿ ਤੁਸੀਂ ਭਗਵਾਨ ਭਗਵਤੀ ਨਹੀਂ ਕਹਿ ਸਕਦੇ ਹੋ। ਉਹਨਾਂ ਤੋਂ ਰਾਜਾਈ ਜ਼ਰੂਰ ਸਵਰਗ ਦੇ ਰਚయిਤਾ ਨੇ ਹੀ ਦਿੱਤੀ ਹੋਵੇਗੀ, ਪਰੰਤੂ ਕਿਵੇਂ ਦਿੱਤੀ ਇਹ ਕੋਈ ਵੀ ਨਹੀਂ ਜਾਣਦੇ।
ਤੁਸੀਂ ਹੁਣ ਸਭ ਬਾਪ ਦੇ ਅਥਵਾ ਭਗਵਾਨ ਦੇ ਬੱਚੇ ਬਣੇ ਹੋ। ਹੁਣ ਬਾਪ ਸਭ ਨੂੰ ਰਾਜਾਈ ਤਾਂ ਨਹੀਂ ਦੇਣਗੇ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਭਾਰਤ ਵਾਸੀ ਹੀ ਵਿਸ਼ਵ ਦੇ ਮਾਲਿਕ ਬਣਦੇ ਹਨ। ਹੁਣ ਤਾਂ ਹੈ ਹੀ ਪ੍ਰਜਾ ਦਾ ਪ੍ਰਜਾ ਤੇ ਰਾਜ। ਆਪਣੇ ਆਪ ਨੂੰ ਸਾਰੇ ਪਤਿਤ ਭ੍ਰਸ਼ਟਾਚਾਰੀ ਮੰਨਦੇ ਹਨ। ਇਸ ਪਤਿਤ ਦੁਨੀਆ ਤੋਂ ਪਾਰ ਜਾਣ ਦੇ ਲਈ ਖਵਈਆ ਨੂੰ ਯਾਦ ਕੀਤਾ ਜਾਂਦਾ ਹੈ ਕਿ ਆ ਕੇ ਸਾਨੂੰ ਇਸ ਵੈਸ਼ਿਆਲਿਆ ਤੋਂ ਸ਼ਿਵਾਲਿਆ ਵਿੱਚ ਲੈ ਚੱਲੋ। ਇੱਕ ਨਿਰਾਕਾਰ ਹੀ ਸ਼ਿਵਾਲਿਆ ਪਰਮ ਧਾਮ ਵਿੱਚ, ਨਿਰਵਾਣ ਧਾਮ ਵਿੱਚ ਲੈ ਜਾਂਦੇ ਹਨ। ਦੂਜਾ ਫਿਰ ਸ਼ਿਵ ਬਾਬਾ ਜਿਹੜੀ ਰਾਜਧਾਨੀ ਸਥਾਪਨ ਕਰਦੇ ਹਨ ਉਸ ਨੂੰ ਵੀ ਸ਼ਿਵਾਲਿਆ ਆਖਿਆ ਜਾਂਦਾ ਹੈ। ਸਾਰੀ ਸ੍ਰਿਸ਼ਟੀ ਹੀ ਸ਼ਿਵਾਲਿਆ ਬਣ ਜਾਂਦੀ ਹੈ। ਤਾਂ ਇਹ ਸਾਕਾਰੀ ਸ਼ਿਵਾਲਿਆ ਸਤਯੁਗ ਵਿੱਚ ਹੈ। ਇਹ ਫਿਰ ਹੈਗਾ ਨਿਰਾਕਾਰੀ ਸ਼ਿਵਾਲਿਆ ਨਿਰਵਾਣ ਧਾਮ ਵਿੱਚ। ਇਹ ਨੋਟ ਕਰਨ ਦੀਆਂ ਗੱਲਾਂ ਨੇ। ਸਮਝਾਉਣ ਦੇ ਲਈ ਬੱਚਿਆਂ ਨੂੰ ਪੁਆਇੰਟ ਬੜੀਆਂ ਚੰਗੀਆਂ ਮਿਲਦੀਆਂ ਨੇ। ਫਿਰ ਚੰਗੀ ਤਰ੍ਹਾਂ ਮੰਥਨ ਵੀ ਕਰਨਾ ਹੁੰਦਾ ਹੈ। ਫਿਰ ਜਿਵੇਂ ਕਾਲਜ ਵਿੱਚ ਬੱਚੇ ਸਵੇਰੇ ਸਵੇਰੇ ਉੱਠ ਕੇ ਅਧਿਐਨ ਕਰਦੇ ਹਨ। ਸਵੇਰੇ ਕਿਉਂ ਬਹਿੰਦੇ ਨੇ? ਕਿਉਂਕਿ ਆਤਮਾ ਵਿਸ਼ਰਾਮ ਪਾ ਕੇ ਰਿਫਰੈਸ਼ ਹੋ ਜਾਂਦੀ ਹੈ। ਇਕਾਂਤ ਵਿੱਚ ਬਹਿ ਪੜ੍ਹਨ ਤੋਂ ਧਾਰਨਾ ਅੱਛੀ ਹੁੰਦੀ ਹੈ। ਸਵੇਰੇ ਉੱਠਣ ਦਾ ਸ਼ੌਂਕ ਹੋਣਾ ਚਾਹੀਦਾ ਹੈ। ਕੋਈ ਕਹਿੰਦੇ ਹਨ ਸਾਡੀ ਡਿਊਟੀ ਇਹੋ ਜਿਹੀ ਹੈ ਕਿ ਹਾਂ ਸਾਨੂੰ ਸਵੇਰੇ ਸਵੇਰੇ ਜਾਣਾ ਪੈਂਦਾ ਹੈ। ਤੇ ਬਾਬਾ ਆਖਦੇ ਹਨ ਅੱਛਾ ਤੇ ਸ਼ਾਮੀ ਬਹਿਓ। ਸ਼ਾਮ ਦੇ ਸਮੇਂ ਵੀ ਕਹਿੰਦੇ ਹਨ ਦੇਵਤਾ ਚੱਕਰ ਲਗਾਉਂਦੇ ਹਨ। ਕਵੀਨ ਵਿਕਟੋਰੀਆ ਦਾ ਵਜ਼ੀਰ ਰਾਤ ਨੂੰ ਬਾਹਰ ਬੱਤੀ ਦੇ ਨੀਚੇ ਜਾ ਕੇ ਪੜ੍ਹਦਾ ਸੀ। ਬਹੁਤ ਗਰੀਬ ਸੀ। ਪੜ੍ਹ ਕੇ ਵਜ਼ੀਰ ਬਣ ਗਿਆ। ਸਾਰਾ ਮਦਾਰ ਤਾਂ ਪੜ੍ਹਾਈ ਤੇ ਹੈ। ਤੁਹਾਨੂੰ ਵੀ ਪੜ੍ਹਾਉਣ ਵਾਲਾ ਪਰਮ ਪਿਤਾ ਪਰਮਾਤਮਾ ਹੈ। ਤੁਹਾਨੂੰ ਇਹ ਬ੍ਰਹਮਾ ਨਹੀਂ ਪੜ੍ਹਾਉਂਦੇ, ਨਾ ਸ਼੍ਰੀ ਕ੍ਰਿਸ਼ਨ ਪੜ੍ਹਾਉਂਦੇ ਹਨ। ਨਿਰਾਕਾਰ ਗਿਆਨ ਦਾ ਸਾਗਰ ਪੜ੍ਹਾਉਂਦੇ ਹਨ। ਉਹਨਾਂ ਨੂੰ ਹੀ ਰਚਨਾ ਦੇ ਆਦਿ ਮੱਧ ਅੰਤ ਦਾ ਗਿਆਨ ਹੈ। ਸਤਯੁਗ ਤ੍ਰੇਤਾ ਆਦਿ, ਫਿਰ ਤ੍ਰੇਤਾ ਦਾ ਅੰਤ, ਦੁਆਪਰ ਦੀ ਆਦਿ, ਉਸ ਨੂੰ ਵੀ ਮੱਧ ਆਖਿਆ ਜਾਂਦਾ ਹੈ। ਇਹ ਸਾਰੀਆਂ ਗੱਲਾਂ ਬਾਪ ਹੀ ਆ ਕੇ ਸਮਝਾਉਂਦੇ ਹਨ। ਬ੍ਰਹਮਾ ਸੋ ਵਿਸ਼ਨੂੰ ਬਣ 84 ਜਨਮ ਭੋਗਦੇ ਹਨ। ਫਿਰ ਬ੍ਰਹਮਾ ਬਣਦੇ ਹਨ। ਬ੍ਰਹਮਾ ਨੇ 84 ਜਨਮ ਲਏ। ਫਿਰ ਵह ਲక్ష్ਮੀ ਨਾਰਾਇਣ ਨੇ 84 ਜਨਮ ਲਿੱਤੇ। ਗੱਲ ਇੱਕ ਹੀ ਹੋ ਜਾਂਦੀ ਹੈ। ਇਸ ਸਮੇਂ ਤੁਸੀਂ ਬ੍ਰਾਹਮਣ ਵੰਸ਼ਾਵਲੀ ਹੋ ਤੇ ਫਿਰ ਤੁਸੀਂ ਬਣਦੇ ਹੋ ਵਿਸ਼ਨੂੰ ਦੀ ਵੰਸ਼ਾਵਲੀ। ਫਿਰ ਗਿਰਦੇ ਗਿਰਦੇ ਤੁਸੀਂ ਸ਼ੁੱਧਰ ਵੰਸ਼ਾਵਲੀ ਦੇ ਬਣ ਜਾਂਦੇ ਹੋ। ਇਹ ਸਾਰੀਆਂ ਗੱਲਾਂ ਬਾਪ ਹੀ ਬਹਿ ਸਮਝਾਉਂਦੇ ਹਨ। ਤੁਸੀਂ ਜਾਣਦੇ ਹੋ ਅਸੀਂ ਆਏ ਹਾਂ ਬੇਹੱਦ ਦੇ ਬਾਪ ਕੋਲੋਂ, ਬੇਹੱਦ ਦੀ ਬਾਦਸ਼ਾਹੀ ਲੈਣ। ਉਹ ਸ਼੍ਰੀਮਤ ਤੇ ਚੱਲ ਵਿਸ਼ਵ ਦੇ ਮਹਾਰਾਜਾ ਮਹਾਰਾਣੀ ਬਣਨ ਦੇ ਲਈ ਆਏ ਹਾਂ। ਪ੍ਰਜਾ ਵੀ ਵਿਸ਼ਵ ਦੀ ਮਾਲਿਕ ਹੀ ਠਹਿਰੀ। ਇਸ ਪੜ੍ਹਾਈ ਵਿੱਚ ਬੜੀ ਹੁਸ਼ਿਆਰੀ ਹੋਣੀ ਚਾਹੀਦੀ ਹੈ। ਜਿੰਨਾ ਪੜ੍ਹਾਂਗੇ ਪੜ੍ਹਾਵਾਂਗੇ ਉਨਾ ਉੱਚ ਪਦ ਪਾਵਾਂਗੇ। ਇਹ ਬੇਹੱਦ ਦੀ ਪੜ੍ਹਾਈ ਹੈ। ਸਭ ਨੂੰ ਪੜ੍ਹਨਾ ਹੈ। ਸਭ ਇੱਕ ਤੋਂ ਹੀ ਪੜ੍ਹਦੇ ਹਨ। ਫਿਰ ਨੰਬਰਵਾਰ ਕੋਈ ਤਾਂ ਅੱਛੀ ਧਾਰਨਾ ਕਰਦੇ ਹਨ, ਕੋਈ ਤਾਂ ਜਰਾ ਵੀ ਧਾਰਨਾ ਨਹੀਂ ਕਰਦੇ। ਨੰਬਰਵਾਰ ਸਭ ਚਾਹੀਦੇ ਨੇ। ਰਾਜਾਵਾਂ ਦੇ ਅੱਗੇ ਦਾਸ ਦਾਸੀਆਂ ਵੀ ਚਾਹੀਦੀਆਂ ਨੇ। ਦਾਸ ਦਾਸੀਆਂ ਤੋਂ ਮਹਿਲਾਂ ਵਿੱਚ ਵੀ ਰਹਿੰਦੀਆਂ ਹਨ। ਪ੍ਰਜਾ ਤੇ ਬਾਹਰ ਰਹਿੰਦੀ ਹੈ। ਉੱਥੇ ਮਹਿਲ ਬਹੁਤ ਵੱਡੇ ਵੱਡੇ ਹੋਣਗੇ ਕਿਉਂਕਿ ਜ਼ਮੀਨ ਬਹੁਤ ਹੋਵੇਗੀ ਤੇ ਮਨੁੱਖ ਥੋੜੇ ਹੋਣਗੇ। ਅਨਾਜ ਵੀ ਬਹੁਤ ਹੁੰਦਾ ਹੈ। ਇਸ ਲਈ ਸਾਰੀ ਮਨੋਕਾਮਨਾਵਾਂ ਪੂਰੀ ਹੋ ਜਾਂਦੀਆਂ ਹਨ। ਪੈਸੇ ਦੇ ਲਈ ਕਦੇ ਵੀ ਉੱਥੇ ਦੁਖੀ ਨਹੀਂ ਹੋਣਾ ਪੈਂਦਾ। ਇੱਕ ਦੀ ਮਤ ਤੇ ਚੱਲਣ ਤੋਂ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ। ਉੱਥੇ ਕਹਾਂਗੇ ਸਤਯੁਗੀ ਸੂਰਿਆਵੰਸ਼ੀ ਸ਼੍ਰੀ ਲక్ష్ਮੀ ਸ਼੍ਰੀ ਨਾਰਾਇਣ ਦਾ ਰਾਜ ਹੈਗਾ। ਫਿਰ ਬੱਚੇ ਗੱਦੀ ਤੇ ਬਹਿਣਗੇ। ਉਹਨਾਂ ਦੀ ਫਿਰ ਮਾਲਾ ਬਣਦੀ ਹੈ। 8 ਪਾਸ ਵਿਦ ਓਨਰ ਹੁੰਦੇ ਹਨ। 9 ਰਤਨਾਂ ਦੀ ਅੰਗੂਠੀ ਪਾਈ ਜਾਂਦੀ ਏ। ਵਿੱਚੇ ਬਾਬਾ ਬਾਕੀ 8 ਰਤਨ 9 ਰਤਨਾਂ ਦੀ ਅੰਗੂਠੀਆਂ ਬਹੁਤ ਪਹਿਨਦੇ ਹਨ। ਇਹ ਦੇਵਤਾਵਾਂ ਦੀ ਨਿਸ਼ਾਨੀ ਸਮਝਦੇ ਹਨ। ਅਰਥ ਤੇ ਸਮਝਦੇ ਨਹੀਂ ਕਿ ਉਹ ਰਤਨ ਕਿਹੜੇ ਸਨ। ਮਾਲਾ ਵੀ 9 ਰਤਨਾਂ ਦੀ ਹੀ ਬਣਦੀ ਹੈ। ਕ੍ਰਿਸਚਨ ਲੋਕ ਬਾਂਹ ਵਿੱਚ ਮਾਲਾ ਪਾਉਂਦੇ ਹਨ।
8 ਰਤਨ ਔਰ ਉੱਪਰ ਫੁੱਲ ਹੁੰਦਾ ਹੈ। ਇਹ ਹੈ ਮੁਕਤੀ ਵਾਲਿਆਂ ਦੀ ਮਾਲਾ। ਬਾਕੀ ਜੀਵਨ ਮੁਕਤੀ ਅਥਵਾ ਪ੍ਰਵਿਰਤੀ ਮਾਰਗ ਵਾਲਿਆਂ ਦੀ ਮਾਲਾ ਵਿੱਚ ਫੁੱਲ ਦੇ ਨਾਲ ਯੁਗਲ ਦਾਣਾ ਵੀ ਜ਼ਰੂਰ ਵਿਖਾਉਂਦੇ ਹਨ, ਪਰੰਤੂ ਅਰਥ ਨਹੀਂ ਸਮਝਦੇ। ਸ਼ਾਇਦ ਪੋਪ ਨੂੰ ਵੀ ਨੰਬਰਵਾਰ ਮਾਲਾ ਬਣਾਉਂਦੇ ਹਨ। ਵਾਸਤਵ ਵਿੱਚ ਮਾਲਾ ਤੇ ਇਹ ਹੀ ਹੈ ਜੋ ਸਾਰੇ ਫੇਰਦੇ ਹਨ, ਸ਼ਿਵ ਬਾਬਾ ਅਤੇ ਤੁਸੀਂ ਬੱਚੇ ਜੋ ਮਿਹਨਤ ਕਰਦੇ ਹੋ। ਹੁਣ ਅਗਰ ਤੁਸੀਂ ਕਿਸ ਨੂੰ ਵੀ ਬਹਿ ਸਮਝਾਉਂਦੇ ਹੋ ਤੇ ਮਾਲਾ ਕਿਸ ਲਈ ਬਣਾਈ ਹੈ ਤੇ ਝੱਟ ਸਮਝ ਜਾਣਗੇ। ਤੁਹਾਡਾ ਪ੍ਰੋਜੈਕਟਰ ਵਿਲਾਇਤ ਤੱਕ ਵੀ ਜਾਏਗਾ। ਸਮਝਾਉਣ ਵਾਲੀ ਜੋੜੀ ਵੀ ਚੰਗੀ ਹੋਣੀ ਚਾਹੀਦੀ ਹੈ। ਸਤਯੁਗ ਵਿੱਚ ਹੁਣ ਤੁਸੀਂ ਜਾ ਰਹੇ ਹੋ, ਜਿੱਥੇ ਤੁਸੀਂ ਸਰਵਗੁਣ ਸੰਪੰਨ 16 ਕਲਾ ਸੰਪੂਰਨ ਹੁੰਦੇ ਹੋ। ਹੁਣ ਤਾਂ ਬਣ ਰਹੇ ਹੋ, ਫਿਰ ਪੜ੍ਹਾਈ ਪੜ੍ਹ ਕੇ ਤੁਸੀਂ ਇੰਨਾ ਉੱਚ ਬਣ ਜਾਂਦੇ ਹੋ। ਰਾਧੇ ਕ੍ਰਿਸ਼ਨ ਦੋਵੇਂ ਅਲੱਗ-ਅਲੱਗ ਰਾਜਧਾਨੀ ਦੇ ਹੁੰਦੇ ਹਨ। ਸਵੰਬਰ ਦੇ ਬਾਅਦ ਇਹਨਾਂ ਦਾ ਨਾਂ ਲక్ష్ਮੀ ਨਾਰਾਇਣ ਪੈ ਜਾਂਦਾ ਹੈ। ਲక్ష్ਮੀ ਨਾਰਾਇਣ ਦਾ ਕੋਈ ਵੀ ਬਚਪਨ ਦਾ ਚਿੱਤਰ ਨਹੀਂ ਵਿਖਾਉਂਦੇ। ਇਸ ਲਈ ਬਾਪ ਆਖਦੇ ਹਨ, ਮੈਂ ਤੁਹਾਨੂੰ ਜੋ ਸਮਝਾਉਂਦਾ ਹਾਂ ਉਹੀਓ ਸਮਝੋ, ਉਸ ਨੂੰ ਹੀ ਯਾਦ ਕਰੋ। ਯਾਦ ਵਿੱਚ ਰਹਿ ਕੇ ਹੀ ਤੁਹਾਨੂੰ ਹਰ ਕਰਮ ਕਰਨਾ ਹੈ, ਹਰ ਗੱਲ ਵਿੱਚ ਯਾਦ ਕਰਨਾ ਹੈ, ਤਾਂ ਹੀ ਨਿਰਅਹੰਕਾਰੀਪਣਾ ਆਵੇਗਾ। ਆਪਣੇ ਅਹੰਕਾਰ ਨੂੰ ਤੋੜਨਾ ਚਾਹੀਦਾ ਹੈ। ਯਾਦ ਰੱਖਣਾ ਚਾਹੀਦਾ ਹੈ, ਜਿਹੋ ਜਿਹਾ ਕਰਮ ਅਸੀਂ ਕਰਾਂਗੇ ਸਾਨੂੰ ਵੇਖ ਕੇ ਹੋਰ ਵੀ ਕਰਨਗੇ। ਇਸ ਲਈ ਕਰਮ ਕਰਦੇ ਹੋਏ ਬਾਪ ਦੀ ਯਾਦ ਵਿੱਚ ਰਹਿਣਾ ਹੈ। ਬਾਪ ਨੂੰ ਕੋਈ ਵੀ ਆ ਕੇ ਦੱਸਦਾ ਹੈਗਾ, ਬਾਪ ਵੀ ਸਮਝਾਉਂਦੇ ਹੈਗੇ ਕਿ ਕੋਈ ਉੱਠਦਾ ਹੀ ਨਹੀਂ, ਸ਼ਾਇਦ ਇਹਨਾਂ ਦਾ ਪਾਰਟ ਹੀ ਨਹੀਂ ਹੈਗਾ ਵਿਚਾਰ ਸਾਗਰ ਮੰਥਨ ਕਰਨ ਦਾ। ਨੰਬਰਵਾਰ ਤੇ ਬੱਚੇ ਹੈ ਨਾ, ਬਾਬਾ ਅਨੁਭਵ ਵੀ ਦੱਸਦੇ ਹਨ। ਉੱਠ ਕੇ ਯਾਦ ਵਿੱਚ ਬਹਿਓ, ਫਿਰ ਇਹੋ ਜਿਹੇ ਖਿਆਲ ਕੇ ਆਣਗੇ ਜਿਹੜੇ ਕਦੀ ਕੀਤੇ ਵੀ ਨਾ ਹੋਣਗੇ। ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਉੱਚੇ ਤੇ ਉੱਚਾ ਇੱਕ ਹੀ ਬਾਬਾ ਹੈ। ਫਿਰ ਸੂਖਸ਼ਮ ਵਤਨ ਵਾਸੀ ਬ੍ਰਹਮਾ ਵਿਸ਼ਨੂੰ ਸ਼ੰਕਰ ਹਨ। ਫਿਰ ਬ੍ਰਹਮਾ ਕੌਣ ਹੈਗਾ, ਵਿਸ਼ਨੂੰ ਕੌਣ ਹੈਗਾ, ਇਹੋ ਜਿਹੀਆਂ ਗੱਲਾਂ ਤੇ ਵਿਚਾਰ ਸਾਗਰ ਮੰਥਨ ਚੱਲਣਾ ਚਾਹੀਦਾ ਹੈ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦਾ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ, ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਹੈਗਾ, ਜਿਹੜਾ ਕਰਮ ਅਸੀਂ ਕਰਾਂਗੇ ਸਾਨੂੰ ਦੇਖ ਕੇ ਹੋਰ ਵੀ ਕਰਨਗੇ। ਇਸ ਲਈ ਹਰ ਕਰਮ ਬੜੇ ਧਿਆਨ ਨਾਲ ਕਰਨਾ ਹੈ। ਬਹੁਤ ਬਹੁਤ ਨਿਰਮਾਣ ਚਿੱਤ ਨਿਰਅਹੰਕਾਰੀ ਬਣਨਾ ਹੈ। ਅਹੰਕਾਰ ਨੂੰ ਤੋੜ ਦੇਣਾ ਹੈ। ਆਪਣਾ ਨਸੀਬ ਉੱਚਾ ਬਣਾਉਣ ਦੇ ਲਈ ਚੰਗੀ ਤਰ੍ਹਾਂ ਪੜ੍ਹਾਈ ਪੜ੍ਹਨੀ ਹੈ। ਸਵੇਰੇ ਸਵੇਰੇ ਉੱਠ ਕੇ ਬਾਪ ਜੀ ਨੂੰ ਯਾਦ ਕਰਨ ਦਾ ਸ਼ੌਂਕ ਰੱਖਣਾ ਹੈ। ਵਰਦਾਨ ਹੈਗਾ, ਤਿਰਕਾਲਦਰਸ਼ੀ ਸਥਿਤੀ ਵਿੱਚ ਮੁੰਝਣ ਦੀ ਪ੍ਰਸਥਿਤੀਆਂ ਨੂੰ ਵੀ ਮੋਜ ਵਿੱਚ ਪਰਿਵਰਤਨ ਕਰਨ ਵਾਲੇ ਕਰਮ ਯੋਗੀ ਭਵ। ਜਿਹੜੇ ਬੱਚੇ ਤਿਰਕਾਲਦਰਸ਼ੀ ਹਨ ਉਹ ਕਦੇ ਵੀ ਕਿਸੇ ਵੀ ਗੱਲ ਵਿੱਚ ਮੁੰਝਣਗੇ ਨਹੀਂ, ਕਿਉਂਕਿ ਉਹਨਾਂ ਦੇ ਸਾਹਮਣੇ ਤਿੰਨੋਂ ਕਾਲ ਕਲੀਅਰ ਹੁੰਦੇ ਹਨ। ਜਦੋਂ ਮੰਜ਼ਿਲ ਅਤੇ ਰਸਤਾ ਕਲੀਅਰ ਹੁੰਦਾ ਹੈ ਤੇ ਕੋਈ ਮੂੰਝਦਾ ਨਹੀਂ। ਤਿਰਕਾਲਦਰਸ਼ੀ ਆਤਮਾਵਾਂ ਕਦੇ ਕੋਈ ਵੀ ਗੱਲ ਵਿੱਚ ਸਿਵਾਏ ਮੋਜ ਦੇ ਔਰ ਕੁਝ ਵੀ ਅਨੁਭਵ ਨਹੀਂ ਕਰ ਸਕਦੀਆਂ, ਚਾਹੇ ਪ੍ਰਸਥਿਤੀ ਮੂੰਝਣੇ ਦੀ ਕਿਉਂ ਨਾ ਹੋਵੇ। ਲੇਕਿਨ ਬ੍ਰਾਹਮਣ ਆਤਮਾ ਉਸ ਵਿੱਚ ਵੀ ਮੋਜ ਨੂੰ ਬਦਲ ਦੇਵੇਗੀ, ਕਿਉਂਕਿ ਅਣਗਿਣਤ ਵਾਰ ਉਹ ਪਾਰਟ ਬਜਾਇਆ ਹੈ। ਇਹ ਸਮ੍ਰਿਤੀ ਕਰਮ ਯੋਗੀ ਬਣਾ ਦਿੰਦੀ ਹੈ। ਉਹ ਹਰ ਕਰਮ ਮੋਜ ਵਿੱਚ ਕਰਦੇ ਹਨ। ਸਲੋਗਨ ਹੈਗਾ, ਸਰਵ ਦਾ सम्मान ਪ੍ਰਾਪਤ ਕਰਨਾ ਹੈ ਤੇ ਹਰ ਇੱਕ ਨੂੰ सम्मान ਦਿਓ। ਜੇਕਰ ਸਰਵ ਦਾ सम्मान ਪ੍ਰਾਪਤ ਕਰਨਾ ਹੈ ਤੇ ਸਾਰਿਆਂ ਨੂੰ सम्मान ਦਿਓ। ਓਮ ਸ਼ਾਂਤੀ।